किताब विपरन की रीत तो सच दा मार्ग भाग दूजा। लेखक सरदार गुरबख्श सिंह काला अफगाना। छेवें कांड दा 9वां भाग करामात अथवा रिद्धि सिद्धि ਅਤੇ 10वां भाग करामातां ते गुर इतिहास। वाहिगुरू जी का खालसा वाहिगुरू जी की फतेह। ये आख देना कि गुरमत करामात अथवा रिद्धियां सिद्धियां वाली ਕਿਸੇ ਸ਼ਕਤੀ ਦੀ ਹੋਂਦ ਨੂੰ ਨਹੀਂ ਮੰਨਦੀ ਸਹੀ ਮੁਲਾਂਕਣ ਹੈ। ਮਹਾਨ ਕੋਸ਼ ਵਿੱਚ ਕਰਾਮਾਤ ਦੇ ਅਰਥ ਇਹਨਾਂ ਸ਼ਬਦਾਂ ਵਿੱਚ ਲਿਖੇ ਹਨ। ਕਰਾਮਾਤ ਉਹ ਅਲੌਕਿਕ ਸ਼ਕਤੀਆਂ ਜਿਨ੍ਹਾਂ ਦੁਆਰਾ ਅਣਹੋਣੀ ਬਾਤ ਹੋ ਸਕੇ। ਕਰਾਮਾਤ ਦਾ ਸੱਤ ਹੋਣਾ ਹਿੰਦੂ ਅਤੇ ਸਿੱਖ ਪੁਸਤਕਾਂ ਤੋਂ ਛੁੱਟ ਯਹੂਦੀ ਈਸਾਈ ਅਤੇ ਮੁਸਲਮਾਨ ਗ੍ਰੰਥਾਂ ਵਿੱਚ ਵੀ ਦੇਖੀਦਾ ਹੈ। ਦੇਖੋ ਜੰਬੂਰ ਕਾਂਡ 105 ਅਤੇ ਕੁਰਾਨ ਸੂਰਤ ਬਕਰ ਆਇਤ 87 ਔਰ ਸੂਰਤ ਆਰਾਫ ਆਇਤ 160। ਇਸੇ ਤਰ੍ਹਾਂ ਰਿੱਧ ਦੇ ਅਰਥ ਵਧਣਾ, ਜ਼ਿਆਦਾ ਹੋਣਾ, ਪੂਰਾ ਕਰਨਾ ਅਤੇ ਅੱਧਕ ਵਾਲੀ ਰਿੱਧ ਦੇ ਅਰਥ ਵਰਿੱਧ ਨੂੰ ਪ੍ਰਾਪਤ ਹੋਇਆ, ਵਧਿਆ ਹੋਇਆ, ਦੌਲਤਮੰਦ ਹੈ। ਰਿੱਧ ਸਿੱਧ ਵਿਭੂਤੀ ਸੰਪਰਦਾ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌਨਿਧ ਸੁਖਮਣੀ। ਕਾਮਯਾਬੀ ਸਫਲਤਾ ਉਨਤੀ ਤਰੱਕੀ ਦੁਰਗਾ। ਸਿੱਧ ਨੰਬਰ 1 ਧਾ ਜਾਣਾ, ਆਗਿਆ ਕਰਨਾ, ਉਪਦੇਸ਼ ਦੇਣਾ, ਮੰਗਲ ਕਰਮ ਕਰਨਾ, ਵਰਜਣਾ, ਮਨਾ ਕਰਨਾ, ਪ੍ਰਸਿੱਧ ਹੋਣਾ, ਪੂਰਨ ਹੋਣਾ, ਸ਼ੁੱਧ ਹੋਣਾ। ਨੰਬਰ 2 ਸਿੱਧ ਸਿੱਧ ਨੂੰ ਪ੍ਰਾਪਤ ਹੋਇਆ, ਸਿੱਧੀ ਵਾਲਾ। ਸਿੱਧ ਹੋਵਾਂ ਸਿੱਧ ਲਾਈ। ਸ੍ਰੀ ਰਾਗ ਮਹੱਲਾ ਪਹਿਲਾ। ਨੰਬਰ 3 ਪੱਕਿਆ ਹੋਇਆ, ਤਿਆਰ। ਪ੍ਰਭ ਜੀ ਸਿੱਧ ਆਹਾਰ ਹੈ, ਸੁਣ ਉਠੇ ਕਿਰਪਾਲਾ। ਗੁਰਪ੍ਰਤਾਪ ਸੂਰਜ ਗ੍ਰੰਥ। ਨੰਬਰ 4 ਸਫਰ ਤੈਅ ਕਰਨਾ। ਏਕ ਕੇਸਰੋ ਸਿੱਧ ਕਰਤ ਲਾਲ ਤਬ ਚਤੁਰ ਪਾਤਰੋ ਆਇਓ ਸੋਠ ਮਹੱਲਾ ਪੰਜਵਾਂ। ਨੰਬਰ 5 ਸਿੱਧੀਵਾਨ ਜੋਗੀ ਜਨ, ਸ਼ਕਤ ਵਾਲਾ ਸੰਤ। ਸੁਣਿਆ ਸਿੱਧ ਪੀਰ ਸੁਰਨਾਥ ਜਪ ਜੀ। ਨੰਬਰ 6 ਪੁਰਾਣਾ ਅਨੁਸਾਰ ਖਾਸ ਦੇਵਤੇ ਜੋ ਪ੍ਰਿਥਵੀ ਅਤੇ ਸੂਰਜ ਲੋਕ ਦੇ ਵਿਚਕਾਰ ਰਹਿੰਦੇ ਹਨ, ਇਹਨਾਂ ਦੀ ਗਿਣਤੀ 88,000 ਹੈ। ਨੰਬਰ 7 ਸਿੰਧਾ ਲੂਣ। ਸਿੱਧ ਨੰਬਰ 1 ਸਿੱਧ ਕਰਾਮਾਤ ਅਲੌਕਿਕ ਸ਼ਕਤੀ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਸੁਖਮਣੀ। ਨੰਬਰ 2 ਕਾਮਯਾਬੀ, ਕੰਮ ਵਿੱਚ ਸਫਲਤਾ। ਨੰਬਰ 3 ਮੁਕਤ ਨਿਯਾਤ। ਨੰਬਰ 4 ਬੁੱਧ। ਨੰਬਰ 5 ਸੰਪਦਾ ਵਿਭੂਤੀ। ਨੰਬਰ 6 ਜਿੱਤ ਵਿਜੈ। ਨੰਬਰ 7 ਰਿੱਧੀਆਂ ਸਿੱਧੀਆਂ ਅਸ਼ਟ ਸਿੱਧੀ। ਬ੍ਰਾਹਮਣੀ ਗ੍ਰੰਥਾਂ ਵਿੱਚ ਸਿੱਧੀਆਂ ਦੀ ਕੁੱਲ ਗਿਣਤੀ ਅਸ਼ਟ 8 ਜਮਾ 10 18 ਹੈ। ਇਹਨਾਂ 18 ਵਿੱਚੋਂ 8 ਸਿੱਧੀਆਂ ਬਹੁਤ ਪ੍ਰਸਿੱਧ ਹਨ ਜੋ ਇਹ ਹਨ। ਸਿੱਧੀਆਂ ਨੰਬਰ 1 ਅਣਮਾ, ਬਹੁਤ ਹੀ ਸੂਖਮ ਰੂਪ ਹੋ ਜਾਣਾ। ਨੰਬਰ 2 ਲੁਗਮ, ਸਰੀਰ ਨੂੰ ਛੋਟਾ ਕਰ ਲੈਣਾ। ਨੰਬਰ 3 ਪ੍ਰਾਪਤੀ, ਮਨ ਇੱਛਤ ਪਦਾਰਥ ਹਾਸਲ ਕਰ ਲੈਣੇ। ਨੰਬਰ 4 ਪ੍ਰਾਕਾਇਮ, ਹੋਰਨਾਂ ਦੇ ਮਨ ਦੀ ਜਾਣ ਲੈਣਾ। ਨੰਬਰ 5 ਮਹਿਮਾ, ਸਰੀਰ ਨੂੰ ਵੱਡਾ ਕਰ ਲੈਣਾ। ਨੰਬਰ 6 ਈਸ਼ਿੱਤਰ, ਆਪਣੀ ਮਰਜ਼ੀ ਅਨੁਸਾਰ ਸਭ ਨੂੰ ਪ੍ਰੇਰ ਲੈਣਾ। ਵਸ਼ਿੱਤਰ, ਸਭ ਨੂੰ ਵਸ ਕਰ ਲੈਣਾ। ਨੰਬਰ 8 ਕਾਮ ਵਸਾਇਤਾ, ਕਾਮ ਵਾਸ਼ਨਾ ਨੂੰ ਰੋਕਣ ਦੀ ਸੱਤਿਆ। ਨਿੱਧ ਇਸੇ ਤਰ੍ਹਾਂ ਬ੍ਰਾਹਮਣੀ ਮਾਇਆ ਜਾਲ ਨੇ ਸਾਰੇ ਜਗਤ ਦੇ 9 ਖਜ਼ਾਨੇ ਮੰਨੇ ਹੋਏ ਹਨ। ਇਹਨਾਂ ਖਜ਼ਾਨਿਆਂ ਦਾ ਮਾਲਕ ਕੁਬੇਰ ਦੇਵਤਾ ਮਿਥਿਆ ਹੋਇਆ। ਗੁਰਮਤ ਨੇ ਕਰਾਮਾਤਾਂ ਅਤੇ ਰਿੱਧੀਆਂ ਸਿੱਧੀਆਂ ਦੀਆਂ ਅਦਭੁਤ ਸ਼ਕਤੀਆਂ ਦੀ ਖੰਡਨਾ ਹੀ ਹੈ, ਪ੍ਰੋੜਤਾ ਨਹੀਂ। ਰਿੱਧ ਸਿੱਧ ਅਵਰਾ ਸਾਧ। ਇਸ ਬਚਨ ਵਿੱਚ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਹੈ ਕਿ ਰਿੱਧੀਆਂ ਸਿੱਧੀਆਂ ਕਿਸੇ ਹੋਰ ਪਾਸੇ ਪ੍ਰਭੂ ਦੇ ਨਾਮ ਦੇ ਥਾਂ ਮਾਇਆ ਨਾਲ ਜੋੜਨ ਦੇ ਪਾਸੇ ਖੜਨ ਵਾਲੇ ਸਵਾਦ ਹਨ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਪੰਨਾ 593। ਰਿੱਧੀਆਂ ਸਿੱਧੀਆਂ ਕਾਲਪਨਿਕ ਮੋਹ ਨਾਲ ਨੱਕਾ ਨੱਕ ਭਰੇ ਦਿਲ ਵਿੱਚ ਪ੍ਰਭੂ ਦੀ ਯਾਦ ਜੋਗੀ ਥਾਂ ਨਹੀਂ ਹੁੰਦੀ। ਫਿਰ ਕਿਸੇ ਸਿੱਧੀ ਦੀ ਪ੍ਰਾਪਤੀ ਦਾ ਹੰਕਾਰ ਹੋ ਜਾਣ ਕਾਰਨ ਸਿੱਧ ਲੋਕ ਪ੍ਰਭੂ ਨਾਲੋਂ ਬਿਲਕੁਲ ਟੁੱਟ ਜਾਂਦੇ ਹਨ, ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ।
ਦੋਏ ਨਾ ਵਸੈ ਇੱਕ ਠਾਏ। ਪੰਨਾ 560। ਨਾਲ ਗੁੱਸਾ ਵੀ ਇੰਨਾ ਵਧਿਆ ਹੋਇਆ ਹੁੰਦਾ ਹੈ ਕਿ ਸਿੱਧ ਲੋਕ ਗੱਲ-ਗੱਲ 'ਤੇ ਸ਼ਰਾਬ ਦੇਣ ਨੂੰ ਬੜੇ ਕਾਹਲੇ ਨਜ਼ਰ ਆਉਂਦੇ ਹਨ। ਗੁੱਸੇ ਨਾਲ ਮਨੁੱਖ ਦੇ ਤਾਂ ਨੇੜੇ ਢੁਕਣ ਤੋਂ ਵੀ ਗੁਰਦੇਵ ਜੀ ਵਰਜਦੇ ਹਨ। ਉਹਨਾਂ ਪਾਸ ਦੁਆਸ ਨ ਭਿਟੀਐ ਜਿਨ ਅੰਤਰ ਕ੍ਰੋਧ ਚੰਡਾਲ। ਪੰਨਾ 40। ਇਸ ਤਰ੍ਹਾਂ ਗੁਰੂ ਕੇ ਸਿੱਖ ਦਾ ਰਿੱਧੀਆਂ ਸਿੱਧੀਆਂ ਅਥਵਾ ਕਰਾਮਾਤਾਂ ਨਾਲ ਜਾਂ ਅਜਿਹੀਆਂ ਸ਼ਕਤੀਆਂ ਦਾ ਝੂਠਾ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਆਪਣੇ ਮਗਰ ਲਾਉਣ ਵਾਲਿਆਂ ਨਾਲ ਕੋਈ ਵਾਸਤਾ ਨਹੀਂ ਹੈ। ਰਿੱਧੀਆਂ ਸਿੱਧੀਆਂ ਗੁਰਮੁਖਾਂ ਦੀਆਂ ਚਰਨਾਂ ਦੀਆਂ ਦਾਸੀਆਂ ਹਨ। ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ, ਗੁਰ ਕੈ ਸਹਿਜ ਸੁਭਾਈ। ਪੰਨਾ 637। ਆਓ ਰਿੱਧੀਆਂ ਸਿੱਧੀਆਂ ਅਥਵਾ ਕਰਾਮਾਤਾਂ ਬਾਰੇ ਆਪਣੇ ਕਾਮਲ ਅਤੇ ਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫੁਰਮਾਨ ਵਿਚਾਰੀਏ। ਬਿਨ ਨਾਮੇ ਪਹਿਨਣ ਖਾਣ ਸਭ ਬਾਦ ਹੈ, ਧਿਗ ਸਿੱਧੀ ਧਿਗ ਕਰਮਾਤ, ਸਾ ਸਿੱਧ ਸਾ ਕਰਾਮਾਤ ਹੈ, ਅਚਿੰਤ ਕਰੇ ਜਿਸ ਦਾਤ। ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਇਹਾ ਸਿੱਧ ਇਹਾ ਕਰਮਾਤ। ਪੰਨਾ 650। ਅਰਥ, ਨਾਮ ਤੋਂ ਬਿਨਾਂ ਖਾਣਾ ਅਤੇ ਪਹਿਨਣਾ ਸਭ ਵਿਅਰਥ ਹੈ। ਜੇ ਨਾਮ ਨਹੀਂ ਤਾਂ ਸਿੱਧ ਅਤੇ ਕਰਾਮਾਤ ਫਿਟਕਾਰਯੋਗ ਹੈ। ਅਸਲ ਸਿੱਧੀ ਅਤੇ ਕਰਾਮਾਤ ਇਹ ਹੈ ਕਿ ਚਿੰਤਾ ਤੋਂ ਰਹਿਤ ਪਰਮਾਤਮਾ ਉਸ ਨੂੰ ਨਾਮ ਦੀ ਦਾਤ ਬਖਸ਼ੇ। ਗੁਰੂ ਦੀ ਸਿੱਖਿਆ 'ਤੇ ਚੱਲਦਿਆਂ ਹੀ ਹਰੀ ਦਾ ਨਾਮ ਮਨ ਵਿੱਚ ਵਸਦਾ ਹੈ। ਬਸ ਇਹੀ ਸਿੱਧੀ ਤੇ ਇਹੀ ਕਰਾਮਾਤ ਹੈ। ਨਾਮ ਤੋਂ ਬਿਨਾਂ ਦੁਨੀਆ ਦਾ ਕੋਈ ਵੀ ਪਦਾਰਥ ਜਾਂ ਵਡਿਆਈ ਨਿਸਫਲ ਹੈ। ਹਰ ਹਾਰ ਕੰਠ ਜਿਨੀ ਪਹਿਰਿਆ, ਗੁਰ ਚਰਣੀ ਚਿਤ ਲਾਏ, ਤਿੰਨਾਂ ਪਿੱਛੇ ਰਿੱਧ ਸਿੱਧ ਫਿਰੈ, ਉਹਨਾਂ ਤਿਲ ਨਾ ਤਮਾਏ। ਪੰਨਾ 26। ਅਰਥ, ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜ ਕੇ ਪਰਮਾਤਮਾ ਦਾ ਨਾਮ ਸਿਮਰਨ ਦਾ ਹਾਰ ਆਪਣੇ ਗਲ ਵਿੱਚ ਪਹਿਨ ਲਿਆ ਹੈ, ਕਰਾਮਾਤੀ ਤਾਕਤ ਉਹਨਾਂ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੋਵੇ ਤਾਂ ਵੀ ਉਹਨਾਂ ਨੂੰ ਉਸ ਦਾ ਰਤਾ ਭਰ ਵੀ ਲਾਲਚ ਨਹੀਂ ਹੁੰਦਾ। ਚਤੁਰ ਸਿਆਣਾ ਸੁਘੜ ਸੋਏ, ਜਿਨ ਤਜਿਆ ਅਭਿਮਾਨ, ਚਾਰ ਪਦਾਰਥ ਅਸ਼ਟ ਸਿੱਧ, ਭਜ ਨਾਨਕ ਹਰ ਨਾਮ। ਪੰਨਾ 297। ਅਸ਼ਟਮੀ ਅਸ਼ਟ ਸਿੱਧ ਨਵਨਿਧ, ਸਗਲ ਪਦਾਰਥ ਪੂਰਨ ਬੁੱਧ, ਕਵਲ ਪ੍ਰਗਾਸ ਸਦਾ ਆਨੰਦ, ਨਿਰਮਲ ਰੀਤ ਨਰੋਦਰ ਮੰਤ, ਸਗਲ ਧਰਮ ਪਵਿੱਤਰ ਇਸ਼ਨਾਨ, ਸਭ ਮੈਂ ਊਚ ਬਸੇਖ ਗਿਆਨ, ਹਰ ਹਰ ਭਜਨ ਪੂਰੇ ਗੁਰ ਸੰਗ, ਜਪ ਤਰੀਏ ਨਾਨਕ ਨਾਮ ਹਰ ਰੰਗ। ਪੰਨਾ 298। ਅਰਥ, ਪਰਮਾਤਮਾ ਦਾ ਨਾਮ ਇੱਕ ਐਸਾ ਮੰਤਰ ਹੈ ਜਿਸ ਦਾ ਅਸਰ ਜਾਇਆ ਨਹੀਂ ਹੋ ਸਕਦਾ। ਇਸ ਮੰਤਰ ਦੀ ਬਰਕਤ ਨਾਲ ਜੀਵਨ ਜੁਗਤ ਪਵਿੱਤਰ ਹੋ ਜਾਂਦੀ ਹੈ। ਮਨ ਵਿੱਚ ਸਦਾ ਚਾਉ ਹੀ ਚਾਉ ਟਿਕਿਆ ਰਹਿੰਦਾ ਹੈ। ਹਿਰਦੇ ਦਾ ਕੌਲ ਫੁੱਲ ਖਿੜ ਜਾਂਦਾ ਹੈ। ਜਿਵੇਂ ਸੂਰਜ ਦੀਆਂ ਕਿਰਨਾਂ ਨਾਲ ਕੌਲ ਫੁੱਲ ਖਿੜਦਾ ਹੈ, ਤਿਵੇਂ ਨਾਮ ਸਿਮਰਨ ਦੀ ਬਰਕਤ ਨਾਲ ਹਿਰਦਾ ਖਿੜਿਆ ਰਹਿੰਦਾ ਹੈ। ਨਾਮ ਦੇ ਪ੍ਰਤਾਪ ਵਿੱਚ ਹੀ ਅੱਠੇ ਕਰਾਮਾਤਾਂ ਤੇ ਦੁਨੀਆ ਦੇ 9 ਹੀ ਖਜ਼ਾਨੇ ਆ ਜਾਂਦੇ ਹਨ। ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ। ਉਹ ਅਕਲ ਪ੍ਰਾਪਤ ਹੋ ਜਾਂਦੀ ਹੈ ਜੋ ਕਦੇ ਉਹ ਕਾਈ ਨਹੀਂ ਖਾਂਦੀ। ਕਰਾਮਾਤਾਂ ਦੀ ਪ੍ਰਾਪਤੀ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰ। ਪਹਿਰਾ ਅਗਨ ਹਿਵੇ ਕਰ ਬੰਦਾ, ਭੋਜਨ ਸਾਰ ਕਰਾਈ, ਸਗਲੇ ਦੂਖ ਪਾਣੀ ਕਰ ਪੀਵਾ, ਧਰਤ ਹਾਕ ਚਲਾਈ, ਧਰਤਾ ਰਾਜੀ ਅੰਬਰ ਤੋਲੀ, ਪਿਛੈ ਟੰਕ ਚੜਾਈ, ਏਵਡ ਵੱਧਾ ਮਾਵਾ ਨਾਹੀ, ਸਭ ਸੈ ਨੱਥ ਚਲਾਈ, ਏਤਾ ਤਾਣ ਹੋਵੇ ਮਨ ਅੰਦਰ, ਕਰੀ ਵੀ ਆਖ ਕਰਾਈ, ਜੇਵੜ ਸਾਹਿਬ ਤੇਵੜ ਦਾਤੀ, ਦੇ ਦੇ ਕਰੇ ਰਜਾਈ, ਨਾਨਕ ਨਦਰ ਕਰੇ ਜਿਸ ਉਪਰ, ਸੱਚ ਨਾਮ ਵਡਿਆਈ। ਪੰਨਾ 147। ਅਰਥ, ਜੇ ਮੈਂ ਅੱਗ ਵੀ ਪਹਿਨ ਲਵਾਂ ਜਾਂ ਬਰਫ਼ ਵਿੱਚ ਘਰ ਬਣਾ ਲਵਾਂ, ਭਾਵ ਜੇ ਮੇਰੇ ਮਨ ਵਿੱਚ ਇਤਨੀ ਤਾਕਤ ਆ ਜਾਏ ਕਿ ਅੱਗ ਵਿੱਚ ਤੇ ਬਰਫ਼ ਵਿੱਚ ਬੈਠ ਸਕਾਂ, ਲੋਹੇ ਨੂੰ ਭੋਜਨ ਬਣਾ ਲਵਾਂ, ਲੋਹਾ ਖਾ ਸਕਾਂ, ਜੇ ਮੈਂ ਸਾਰੇ ਹੀ ਦੁੱਖ ਬੜੇ ਸੌਖ ਨਾਲ ਸਹਾਰ ਸਕਾਂ, ਸਾਰੀ ਧਰਤੀ ਨੂੰ ਆਪਣੇ ਹੁਕਮ ਵਿੱਚ ਤੋਰ ਸਕਾਂ, ਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿੱਚ ਰੱਖ ਕੇ ਤੇ ਪਿਛਲੇ ਛਾਬੇ ਵਿੱਚ 4 ਮਾਸੇ ਦਾ ਵੱਟਾ ਪਾ ਕੇ ਤੋਲ ਸਕਾਂ, ਜੇ ਮੈਂ ਆਪਣੇ ਸਰੀਰ ਨੂੰ ਇਤਨਾ ਵਧਾ ਸਕਾਂ ਕਿ ਕਿਤੇ ਸਮਾ ਹੀ ਨਾ ਸਕਾਂ, ਸਾਰੇ ਜੀਵਾਂ ਨੂੰ
ਨੱਥ ਕੇ ਤੋਰਾਂ, ਭਾਵ ਆਪਣੇ ਹੁਕਮ ਵਿੱਚ ਚਲਾਵਾਂ, ਤੇ ਮੇਰੇ ਮਨ ਵਿੱਚ ਇਤਨਾ ਬਲ ਹੋ ਜਾਏ ਕਿ ਜੋ ਚਾਹੇ ਕਰਾਂ ਤੇ ਆਖ ਕੇ ਹੋਰਨਾਂ ਪਾਸੋਂ ਕਰਾਵਾਂ, ਤਾਂ ਵੀ ਸਭ ਕੁਝ ਤੁਛ ਹੈ। ਖਸਮ ਪ੍ਰਭੂ ਜਿੱਡਾ ਵੱਡਾ ਆਪ ਹੈ, ਉਤਨੀਆਂ ਹੀ ਉਸ ਦੀਆਂ ਬਖਸ਼ਿਸ਼ਾਂ ਹਨ। ਜੇ ਰਜ਼ਾ ਦਾ ਮਾਲਕ ਸਾਈਂ ਹੋਰ ਹੀ ਬੇਅੰਤ ਤਾਕਤਾਂ ਦੀਆਂ ਦਾਤਾਂ ਮੈਨੂੰ ਦੇ ਦੇਵੇ ਤਾਂ ਵੀ ਇਹ ਤੁਛ ਹਨ। ਅਸਲ ਗੱਲ ਹੈ ਨਾਨਕ ਇਹ ਹੈ ਕਿ ਰੱਬ ਜਿਸ ਬੰਦੇ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਆਪਣੇ ਸੱਚੇ ਨਾਮ ਦੀ ਰਾਹੀਂ ਵਡਿਆਈ ਬਖਸ਼ਦਾ ਹੈ, ਭਾਵ ਇਹਨਾਂ ਮਾਨਸਿਕ ਤਾਕਤਾਂ ਨਾਲੋਂ ਵੱਧ ਕੇ ਨਾਮ ਦੀ ਬਰਕਤ ਹੈ। ਇਹਨਾਂ ਪਾਵਨ ਗੁਰੂ ਸ਼ਬਦਾਂ ਤੋਂ ਜਿੱਥੇ ਇਹ ਸਮਝ ਪੈਂਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਕਿਸੇ ਵੱਡੀ ਤੋਂ ਵੱਡੀ ਸਿੱਧੀ ਨੂੰ ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਸਮਝਦੇ, ਕਿਸੇ ਕਰਾਮਾਤ ਦੇ ਵਾਪਰ ਨਾਲ ਗੁਰੂ ਦੀ ਵਡਿਆਈ ਨੂੰ ਜੋੜਨ ਦੀਆਂ ਗੱਲਾਂ ਕਰਨੀਆਂ ਗੁਰਦੇਵ ਜੀ ਦੀ ਨਿੰਦਿਆ ਕਰਨ ਤੁਲ ਹੈ। ਜਿਨ ਇਹ ਚਾਖਿਆ ਰਾਮ ਰਸਾਇਣ, ਤਿਨ ਕੀ ਸੰਗਤ ਖੋਜ ਪਾਇਆ, ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ, ਮੁਕਤ ਪਦਾਰਥ ਸ਼ਰਨ ਪਾਇਆ। ਪੰਨਾ 907। ਭਾਗ 10ਵਾਂ। ਕਰਾਮਾਤਾਂ ਤੇ ਗੁਰ ਇਤਿਹਾਸ। ਵਿਪਰ ਦੇ ਚਲਾਏ ਧਰਮ ਦੀ ਮਰਜ਼ਾਦਾ ਨੂੰ ਸਮਝਾਉਣ ਅਥਵਾ ਉਸ ਲੁੱਟ ਮਰਜ਼ਾਦਾ ਨੂੰ ਲਾਗੂ ਕਰਨ ਵਿੱਚ ਸਹਾਈ ਹੋਣ ਵਾਲੇ ਮਿਥਿਹਾਸ ਦਾ ਧੁਰਾ ਦੇਵਤਿਆਂ ਅਤੇ ਭਗਵਾਨਾਂ ਦੇ ਨਾਮ ਨਾਲ ਜੁੜੀਆਂ ਅਦਭੁਤ ਕਰਾਮਾਤਾਂ ਵਾਲੀਆਂ ਕਥਾ ਕਹਾਣੀਆਂ ਹੀ ਹਨ। ਹਜ਼ਰਤ ਈਸਾ ਦੀ ਜ਼ਿੰਦਗੀ ਵਿੱਚੋਂ ਕਰਾਮਾਤਾਂ ਵਾਲਾ ਪੱਖ ਕੱਢ ਦਿੱਤਾ ਜਾਵੇ ਤਾਂ ਉਹਨਾਂ ਪ੍ਰਤੀ ਸ਼ਰਧਾ ਬਣ ਸਕਣ ਦੀ ਦਲੀਲ ਬੜੀ ਘੱਟ ਬਚਦੀ ਹੈ। ਪਰ ਸਿੱਖ ਗੁਰੂ ਸਾਹਿਬਾਨ ਦੀ ਵਡਿਆਈ ਵਜੋਂ ਕਿਤੇ ਪ੍ਰਕਾਰ ਦੀਆਂ ਕਰਾਮਾਤਾਂ ਦੀਆਂ ਸਾਖੀਆਂ ਸੁਣਾਉਣੀਆਂ ਗੁਰੂ ਸਾਹਿਬਾਨ ਦੀ ਉੱਚਤਾ ਵਾਲੀ ਜਗਮਗਾਹਟ ਨੂੰ ਧੁੰਦਲਾ ਕਰਨ ਅਥਵਾ ਸਤਿਗੁਰਾਂ ਦੀ ਨਿੰਦਿਆ ਕਰਨ ਤੁਲ ਹੈ। ਭਾਈ ਕਾਹਨ ਸਿੰਘ ਜੀ ਨਾਭਾ ਨੇ ਗੁਰਮਤਿ ਮਾਰਤੰਡ ਗ੍ਰੰਥ ਦੇ 285 ਸਫ਼ੇ 'ਤੇ ਕਰਾਮਾਤ ਬਾਰੇ ਇਸ ਪ੍ਰਕਾਰ ਲਿਖਿਆ ਹੋਇਆ ਹੈ। ਸਤਿਗੁਰਾਂ ਦੀ ਆਤਮਿਕ ਕਰਾਮਾਤ, ਜਿਸ ਨਾਲ ਕੁਕਰਮੀਆਂ ਨੂੰ ਸੁਕਰਮੀ, ਨਾਸਤਕਾਂ ਨੂੰ ਆਸਤਕ, ਆਲਸੀਆਂ ਨੂੰ ਕਰਮਯੋਗੀ, ਜਾਤ ਵਿਰੋਧੀਆਂ ਨੂੰ ਕੌਮ ਦੇ ਪਿਆਰੇ ਅਤੇ ਸੇਵਕ ਕਰ ਦਿੱਤਾ। ਸਮਝੇ ਬਿਨਾਂ ਅਨੇਕ ਇਤਿਹਾਸ ਲੇਖਕਾਂ ਨੇ ਗੁਰੂ ਸਾਹਿਬਾਨ ਨੂੰ ਪ੍ਰਕਿਰਤਕ ਵਿਰੁੱਧ ਕਰਾਮਾਤ ਕਰਨ ਵਾਲੇ ਮੰਨ ਕੇ ਬਹੁਤ ਪ੍ਰਸੰਗ ਅਜਿਹੇ ਲਿਖ ਦਿੱਤੇ ਹਨ ਜਿਨ੍ਹਾਂ ਤੋਂ ਉਸਤਤ ਦੇ ਥਾਂ ਨਿੰਦਾ ਪ੍ਰਗਟ ਹੁੰਦੀ ਹੈ। ਇਸੇ ਵਿਚਾਰ ਨੂੰ ਸਮਝਾਉਣ ਦੀ ਕਿਰਪਾਲਤਾ ਵਾਲਾ ਸਤਿਗੁਰਾਂ ਦਾ ਸ਼ਬਦ ਆਸਾ ਰਾਗ ਵਿੱਚ ਹੈ। ਜੀ ਉਪਾਏ ਜੁਗਤ ਹੱਥ ਕੀਨੀ, ਕਾਲੀ ਨੱਥ ਕਿਆ ਵੱਡਾ ਪਿਆ। ਪੰਨਾ 350। ਜਿਸ ਪ੍ਰਭੂ ਨੇ ਸ੍ਰਿਸ਼ਟੀ ਦੇ ਸਾਰੇ ਜੀਵ ਪੈਦਾ ਕਰਕੇ ਸਭਨਾਂ ਦੀ ਜੀਵਨ ਜੁਗਤ ਆਪਣੇ ਹੱਥ ਵਿੱਚ ਰੱਖੀ ਹੋਈ ਹੈ, ਭਾਵ ਸਭ ਨੂੰ ਨੱਥਿਆ ਹੋਇਆ ਹੈ ਕਿ ਅਜਿਹੀ ਅਪਾਰ ਸ਼ਕਤੀ ਵਾਲਾ ਨਾਥ ਆਪ ਨਾਥ ਨਾਥੀ ਸਭ ਜਾ ਕੀ। ਜਪਜੀ ਸਾਹਿਬ। ਇੱਕ ਨਾਗ ਨੂੰ ਨੱਥ ਕੇ ਬੜਾ ਵੱਡਾ ਹੋ ਗਿਆ। ਆਪਣੇ ਨਿਰਾਲੇ ਅਤੇ ਮਿੱਠੇ ਢੰਗ ਨਾਲ ਗੁਰਦੇਵ ਜੀ ਨੇ ਬ੍ਰਾਹਮਣ ਦੀ ਨੀਚਤਾ ਵੱਲ ਧਿਆਨ ਦਿਵਾਇਆ ਹੈ। ਇੱਕ ਪਾਸੇ ਤਾਂ ਉਹ ਕ੍ਰਿਸ਼ਨ ਜੀ ਨੂੰ ਆਦਿ ਪੁਰਖ ਪਾਰਬ੍ਰਹਮ ਪਰਮੇਸ਼ਰ ਅਥਵਾ ਸਾਰੀ ਸ੍ਰਿਸ਼ਟੀ ਦਾ ਕਰਤਾ ਕਹਿ ਰਿਹਾ ਹੈ, ਫਿਰ ਉਸੇ ਦੀਆਂ ਵਡਿਆਈਆਂ ਇਹ ਆਖ ਕੇ ਕਰ ਰਿਹਾ ਹੈ ਕਿ ਉਸ ਨੇ ਇੱਕ ਨਾਗ ਨੂੰ ਨੱਥ ਲਿਆ ਸੀ। ਗੁਰੂ ਨਾਨਕ ਸਾਹਿਬ ਨੂੰ ਰੱਬੀ ਸ਼ਕਤੀਆਂ ਦਾ ਮਾਲਕ ਮੰਨਣ ਵਾਲੇ ਗੁਰਸਿੱਖਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਸੱਪ ਨੇ ਛਾਂ ਕਰ ਦੇਣੀ, ਅੱਕਾਂ ਦੀਆਂ ਖੱਖੜੀਆਂ ਜਾਂ ਰੀਠਿਆਂ ਦਾ ਮਿੱਠਾ ਹੋ ਜਾਣਾ, ਪੱਥਰ ਵਿੱਚ ਪੰਜਾ ਲੱਗ ਜਾਣਾ ਆਦਿ ਬੜੀਆਂ ਮਾਮੂਲੀ ਘਟਨਾਵਾਂ ਦੱਸਣ ਨਾਲ ਗੁਰ ਪਰਮੇਸ਼ਰ ਜੀ ਦੀ ਮਹਾਨ ਸ਼ਖਸੀਅਤ ਦੀ ਉਸਤਤ ਨਹੀਂ, ਸਗੋਂ ਨਿੰਦਿਆ ਕੀਤੀ ਜਾ ਰਹੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਪਾਵਨ ਸ਼ਬਦ ਜੋ ਉੱਪਰ ਵਿਚਾਰਿਆ ਹੈ, ਉਸ ਤੋਂ ਸਪਸ਼ਟ ਹੋ ਗਿਆ ਹੈ ਕਿ ਗੁਰਦੇਵ ਜੀ ਕਿਸੇ ਵੱਡੀ ਤੋਂ ਵੱਡੀ ਕਰਾਮਾਤ ਨੂੰ ਵੀ ਤੁੱਛ ਸਮਝਦੇ ਹਨ। ਫਿਰ ਉਹਨਾਂ ਦੀ ਵਡਿਆਈ ਕਿਸੇ ਵੀ ਕਰਾਮਾਤ ਦੇ ਆਧਾਰ 'ਤੇ ਸਮਝਣੀ ਜਾਂ ਕਰਨੀ ਉਹਨਾਂ ਦੀ ਅਨੂਪਮ ਸ਼ਖਸੀਅਤ ਦੀ ਅਤੇ ਉਹਨਾਂ ਵੱਲੋਂ ਦਿੱਤੀ ਜਾ ਰਹੀ ਸਿੱਖਿਆ ਤੋਂ ਮੂੰਹ ਫੇਰਨ ਵਾਲੀ ਗੁਸਤਾਖੀ ਕਰਨ ਦੇ ਨਾਲ ਸਤਿਗੁਰਾਂ ਦੇ ਦੈਵੀ ਗਿਆਨ ਦੀ ਸਖਤ ਨਿਰਾਦਰੀ ਹੈ। ਗੁਰਮਤਿ ਮਾਰਤੰਡ ਦੇ ਉਪਰੋਕਤ ਕਥਨ ਅਤੇ ਗੁਰ ਸ਼ਬਦ ਦੇ ਹੁੰਦਿਆਂ ਇਹ ਗੱਲ ਅਣਗੌਲੀ ਨਹੀਂ ਕੀਤੀ ਜਾ ਸਕਦੀ ਕਿ ਪੰਥ ਦੇ ਮਹਾਨ ਵਿਦਵਾਨ, ਰਾਜ ਕਵੀ ਅਤੇ ਗੁਰਮਤਿ ਦੇ ਗਿਆਨੀ ਗੁਰਮੁਖ ਪਿਆਰੇ ਭਾਈ ਸਾਹਿਬ ਸੰਤੋਖ ਸਿੰਘ ਜੀ
ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਜਿਹਾ ਬਹੁਮੁੱਲਾ ਗ੍ਰੰਥ ਲਿਖਿਆ ਹੈ, ਜਿਸ ਗ੍ਰੰਥ ਨੂੰ ਲਗਭਗ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਥਵਾ ਭਾਈ ਨੰਦ ਲਾਲ ਸਿੰਘ ਜੀ ਦੀਆਂ ਲਿਖਤਾਂ ਜਿੰਨਾ ਹੀ ਪੰਥਕ ਸਮਰਥਨ ਮਿਲਿਆ ਹੋਇਆ ਨੇ ਗੁਰੂ ਸਾਹਿਬਾਨ ਨੂੰ ਕਈ ਕਰਾਮਾਤਾਂ ਕਰਦਿਆਂ ਦਰਸਾਇਆ। ਇਸੇ ਤਰ੍ਹਾਂ ਹੋਰ ਵੀ ਪੁਰਾਤਨ ਅਥਵਾ ਨਵੇਂ ਖਾਸ ਕਰਕੇ ਡੇਰੇਦਾਰ ਟੋਲੇ ਦੇ ਲਿਖਾਰੀਆਂ ਨੇ ਗੁਰਦੇਵ ਜੀ ਨੂੰ ਕਰਾਮਾਤਾਂ ਕਰਨ ਵਾਲੇ ਦਰਸਾਇਆ ਹੋਇਆ ਹੈ। ਦਿੱਲੀ ਦਰਬਾਰ ਦੀ ਫੇਰੀ ਸਮੇਂ ਦੇ ਇਤਿਹਾਸ ਵਿੱਚ ਗੁਰੂ ਹਰਿਰਾਏ ਜੀ ਦੇ ਥਾਪੜੇ ਦੀ ਸ਼ਕਤੀ ਨਾਲ ਗੁਰੂ ਸਾਹਿਬ ਜੀ ਦੇ ਸੁਪੁੱਤਰ ਰਾਮ ਰਾਏ ਜੀ ਨੂੰ ਵੀ 17 ਤੋਂ ਵੱਧ ਕਰਾਮਾਤ ਕਰਦਿਆਂ ਦੱਸਿਆ ਹੋਇਆ। ਪਦਮ ਭੂਸ਼ਣ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਅਨੁਭਵੀ ਮਹਾਂਪੁਰਖ ਤੇ ਬੜੇ ਖੋਜੀ ਇਤਿਹਾਸਕਾਰ ਦੇ ਨਾਮ ਨਾਲ ਪ੍ਰਸਿੱਧ ਹਨ। ਉੱਚ ਕੋਟੀ ਦੇ ਵਿਦਵਾਨ ਭਾਈ ਵੀਰ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਟੀਕਾ ਵੀ ਲਿਖਿਆ ਹੈ। ਇਹ ਅਜਿਹੇ ਮਹਾਂਪੁਰਖ ਹਨ ਜਿਨ੍ਹਾਂ ਦੀਆਂ ਲਿਖਤਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਥਾਹ ਸ਼ਰਧਾ ਅਤੇ ਪਿਆਰ ਡੁੱਲ ਡੁੱਲ ਪੈਂਦਾ ਦਿਸ ਆਉਂਦਾ ਹੈ। ਉਹਨਾਂ ਨੇ ਵੀ ਆਪਣੀਆਂ ਪੁਸਤਕਾਂ ਵਿੱਚ ਕਈ ਕਰਾਮਾਤਾਂ ਦਾ ਜ਼ਿਕਰ ਕੀਤਾ ਹੈ, ਜਿਸ ਤੋਂ ਪੜ੍ਹਨ ਵਾਲੇ ਦੇ ਮਨ ਵਿੱਚ ਇਹ ਪ੍ਰਭਾਵ ਬਣ ਜਾਣਾ ਵੱਡੀ ਗੱਲ ਨਹੀਂ ਹੈ ਕਿ ਕਰਾਮਾਤਾਂ ਦਾ ਜ਼ਿਕਰ ਗੁਰਦੇਵ ਜੀ ਦੀ ਵਡਿਆਈ ਦਾ ਜ਼ਰੂਰੀ ਹਿੱਸਾ ਹੈ। ਗੁਰੂ ਨਾਨਕ ਜੀ ਅਚਲ ਬਟਾਲੇ ਫੇਰੀ ਸਮੇਂ ਸਿੱਧਾਂ ਨਾਲ ਹੋਈ ਚਰਚਾ ਦਾ ਇਤਿਹਾਸ ਲਿਖਦਿਆਂ ਭਾਈ ਵੀਰ ਸਿੰਘ ਜੀ ਨੇ ਜੋ ਲਿਖਿਆ ਹੈ ਉਸ ਦਾ ਸੰਖੇਪ ਇਉਂ ਹੈ। ਅਚਲ ਬਟਾਲੇ ਸ਼ਿਵਰਾਤਰੀ ਦਾ ਮੇਲਾ ਬੜਾ ਭਰਿਆ ਕਰਦਾ ਸੀ। ਗੁਰਦੇਵ ਜੀ ਨੇ ਆਪਣੇ ਨਿਕਟਵਰਤੀ ਸਿੱਖ ਅਜਿੱਤੇ ਰੰਧਾਵੇ ਨੂੰ ਨਾਲ ਲੈ ਕੇ ਸਿੱਧਾਂ ਦੇ ਚਲਾਏ ਉਸ ਮੇਲੇ ਵਿੱਚ ਆ ਗਏ। ਗੁਰੂ ਨਾਨਕ ਸਾਹਿਬ ਜੀ ਦੇ ਪਿਆਰਾਂ ਲੱਦੇ ਅਤੇ ਠੰਡ ਪਾਉਣ ਵਾਲੇ ਦਰਸ਼ਨਾਂ ਦੀ ਧੁੰਮ ਪੈ ਗਈ। ਮੇਲੇ ਵਿੱਚ ਭਗਤੀਏ ਭਾਵ ਰਾਸਧਾਰੀਏ ਵੀ ਆਏ ਹੋਏ ਸਨ। ਉਹਨਾਂ ਨੇ ਭਜਨ ਗਾਉਣੇ ਆਰੰਭ ਕਰਕੇ ਜੁੜੀ ਹੋਈ ਖਲਕਤ ਨੂੰ ਖੁਸ਼ ਕਰਕੇ ਮਾਇਆ ਕਮਾਉਣ ਦੀ ਸੋਚ ਲਈ। ਵਿਚਕਾਰ ਲੋਟਾ ਰੱਖ ਲਿਆ ਅਤੇ ਖੁਸ਼ ਹੋ ਕੇ ਜੋ ਪੈਸਾ ਟਕਾ ਲੋਕ ਦਿੰਦੇ ਉਸ ਲੋਟੇ ਵਿੱਚ ਪਾਈ ਜਾਂਦੇ। ਲੋਕਾਂ ਦਾ ਝੁਰਮਟ ਗੁਰਦੇਵ ਜੀ ਦੁਆਲੇ ਇੰਨਾ ਵਧਿਆ ਕਿ ਵੇਖ ਕੇ ਜੋਗੀ ਝੱਲ ਨਾ ਸਕੇ। ਕਰਾਮਾਤੀ ਸ਼ਕਤੀ ਨਾਲ ਭਗਤੀਆਂ ਦਾ ਉਹ ਲੋਟਾ ਗੁੰਮ ਕਰ ਦਿੱਤਾ। ਭਗਤੀਆਂ ਦੀ ਸੁਰਤ ਲੋਟੇ ਵਿੱਚ ਚਲੀ ਜਾਣ ਕਰਕੇ ਰਸ ਨਾ ਰਿਹਾ। ਲੋਕੀ ਵੀ ਉਦਾਸ ਹੋ ਗਏ। ਤਦ ਸਿੱਧਾ ਨੇ ਕਿਹਾ ਕਿ ਜੇ ਗੁਰੂ ਵਿੱਚ ਕੋਈ ਸੱਤਿਆ ਹੈ ਤਾਂ ਲੋਟਾ ਲੱਭ ਦੇਵੇ। ਜਾਣੀ ਜਾਣ ਸਤਿਗੁਰਾਂ ਨੇ ਉਹ ਲੋਟਾ ਲਿਆ ਕੇ ਮੁੜ ਉਸੇ ਥਾਂ ਹੀ ਰੱਖ ਦਿੱਤਾ। ਬੜੀ ਸਖਤ ਚਿੜ ਖਾ ਕੇ ਜੋਗੀ ਗੁਰਦੇਵ ਜੀ ਨੂੰ ਆਪਣੇ ਨਾਲੋਂ ਨੀਵਾਂ ਸਿੱਧ ਕਰਨ ਲਈ ਉਹਨਾਂ ਨਾਲ ਚਰਚਾ ਕਰਨ ਆ ਜੁੜੇ। ਚਰਚਾ ਵਿੱਚ ਜੋਗੀਆਂ ਨੇ ਜਦ ਮੂੰਹ ਦੀ ਖਾਧੀ ਤਾਂ ਕਰਾਮਾਤਾਂ ਨਾਲ ਲੋਕਾਂ ਦੇ ਮਨਾਂ 'ਤੇ ਆਪਣਾ ਭੈ ਪਾਉਣ ਲੱਗ ਪਏ। ਸ੍ਰੀ ਗੁਰੂ ਨਾਨਕ ਚਮਤਕਾਰ ਦੂਜਾ ਅੱਧ ਦੇ 227 ਸਫ਼ੇ 'ਤੇ ਡਾਕਟਰ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ ਕਿ ਸਤਿਗੁਰਾਂ ਨੇ ਆਪਣੇ ਸਿੱਖ ਅਜਿੱਤੇ ਰੰਧਾਵੇ ਵਿੱਚ ਪਹਿਲਾਂ ਹੀ ਕਣੀ ਕਰਾਮਾਤੀ ਸ਼ਕਤੀ ਪਾ ਦਿੱਤੀ ਸੀ। ਉਸ ਨੇ ਉੱਠ ਕੇ ਵਾਹਿਗੁਰੂ ਕਹਿੰਦਿਆਂ ਲੋਕਾਂ ਦੇ ਦੁਆਲੇ ਲਕੀਰ ਕੱਢ ਦਿੱਤੀ। ਸਿੱਧਾਂ ਦਾ ਜ਼ੋਰ ਲਕੀਰੋਂ ਅੰਦਰ ਨਾ ਚੱਲਿਆ ਅਤੇ ਲੋਕ ਨਿਰਭੈ ਹੋ ਗਏ। ਠੰਡੇ ਹੋ ਕੇ ਸਿੱਧ ਬੈਠ ਗਏ ਅਤੇ ਸਤਿਗੁਰਾਂ ਨਾਲ ਚਰਚਾ ਕਰਨ ਲੱਗ ਪਏ। ਉਧਰ ਭਾਈ ਅਜਿੱਤੇ ਨੇ ਸਰੋਵਰ ਦੇ ਪਾਣੀ ਉੱਤੇ ਆਪਣੀ ਚਾਦਰ ਵਿਛਾ ਲਈ ਅਤੇ ਆਪ ਉਸ ਦੇ ਉੱਤੇ ਇਸ ਤਰ੍ਹਾਂ ਬੈਠ ਗਿਆ ਜਿਵੇਂ ਉਹ ਲੱਕੜ ਦਾ ਤਖਤਾ ਹੋਵੇ। ਪਹਿਲੀ ਰਾਤ ਦੇ ਝੱਖੜ ਅਤੇ ਮੀਂਹ ਕਾਰਨ ਕਈ ਪੰਛੀ ਮਰ ਕੇ ਸਰੋਵਰ ਵਿੱਚ ਡਿੱਗੇ ਹੋਏ ਸਨ, ਜਿਨ੍ਹਾਂ ਨੂੰ ਫੜ ਫੜ ਕੇ ਗੁਰੂ ਦਾ ਸਿੱਖ ਉਤਾਂਹ ਨੂੰ ਸੁੱਟਦਾ ਸੀ ਤੇ ਉਹ ਸਰਜੀਤ ਹੋ ਕੇ ਉੱਡਦੇ ਜਾਂਦੇ ਸਨ। ਲੋਕਾਂ ਨੇ ਇਹ ਅਸਰ ਕਬੂਲਿਆ ਕਿ ਜਿਸ ਗੁਰੂ ਦੇ ਸਿੱਖ ਵਿੱਚ ਏਡੀ ਵੱਡੀ ਕਰਾਮਾਤ ਹੈ ਉਹ ਗੁਰੂ ਆਪ ਕਿੱਡਾ ਕੋ ਕਲਾਵਾਨ ਹੋਵੇਗਾ। ਭਾਈ ਸਾਹਿਬ ਨੇ ਆਪਣੀ ਲਿਖੀ ਇਸ ਗੱਲ ਦੀ ਪ੍ਰੋੜਤਾ ਵਿੱਚ ਗੁਰਪ੍ਰਤਾਪ ਸੂਰਜ ਵਿੱਚੋਂ ਇਹ ਸਤਰਾਂ ਲਿਖੀਆਂ ਹਨ। ਕੋ ਹੈ ਇਹ ਮਿਰਤਕ ਜੀਵਾਰੇ ਨੌਕਾ ਸੰਸਰ ਚੀਰ ਡਸਾਇਓ ਤਿਹ ਪਰ ਬੈਠ ਨ ਚੀਰ ਸ਼ਿਵਾਇਓ ਕਰਾਮਾਤ ਕਤ ਕੈ ਦਿਖਲਾਵੈ ਲੋਕਨ ਮੈਂ ਨਿਜਮਾਨ ਵਧਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰਸਿੱਖ ਵਾਸਤੇ ਅਭੁੱਲ ਗੁਰੂ ਹੈ। ਗੁਰੂ ਬਾਣੀ ਸਾਡੇ ਲਈ ਗੁਰੂ ਦਾ ਫਰਮਾਨ, ਖਸਮ ਕੀ ਬਾਣੀ ਰੱਬੀ ਹੁਕਮ ਹੈ। ਇਤਿਹਾਸਕਾਰ ਕਿਤੇ ਸੰਸਾਰੀ ਮੰਤਵ ਦੇ ਅਸਰ ਵਿੱਚ ਆ ਕੇ ਝੂਠ ਲਿਖ ਸਕਦਾ ਹੈ, ਪਰ ਗੁਰਬਾਣੀ ਦਾ ਇੱਕ ਇੱਕ ਅੱਖਰ ਸਦੀਵੀ ਸੱਚ ਹੈ। ਸਿੱਖਾਂ ਦਾ ਆਤਮਿਕ ਸਹਾਰਾ ਇਹ ਅਨੂਪਮ ਗੁਰੂ ਬਾਣੀ ਹੀ ਅਜਿਹੀ ਪਾਵਨ ਲਿਖਤ ਹੈ ਜਿਸ ਵਿੱਚ ਕੋਈ ਰਲਾ ਨਹੀਂ ਪੈ ਸਕਿਆ।
ਸਿੱਖ ਪੰਥ ਨਾਲ ਸੰਬੰਧਿਤ ਕੋਈ ਵਿਰਲਾ ਗ੍ਰੰਥ ਅਥਵਾ ਪੁਸਤਕ ਅਜਿਹੀ ਬਚੀ ਹੋਵੇਗੀ ਜਿਸ ਵਿੱਚ ਸਿੱਖੀ ਦੇ ਮੁੱਢਲੇ ਵੈਰੀ ਪੁਰੋਹਿਤ ਜੀ ਨੇ ਰਲਾ ਨਾ ਪਾਇਆ ਹੋਵੇ। ਗੁਰਬਾਣੀ ਵਿਚਾਰ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੀ ਉਸ ਵਾਰ ਦੀਆਂ ਪੌੜੀਆਂ ਨੂੰ ਵਿਚਾਰਦੇ ਹਾਂ ਜਿਹੜੀਆਂ ਅਚਲ ਬਟਾਲੇ ਇਸ ਸਾਕੇ ਨਾਲ ਸੰਬੰਧਿਤ ਹਨ ਅਤੇ ਜਿਸ ਵਿੱਚੋਂ ਭਾਈ ਵੀਰ ਸਿੰਘ ਜੀ ਨੇ ਕੁਝ ਕੁ ਤੁਕਾਂ ਅਥਵਾ ਪੌੜੀਆਂ ਲਿਖੀਆਂ ਹਨ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਨਿਰੰਕਾਰੀ ਜੀ ਦੀਆਂ ਜਿੰਨੀਆਂ ਵੀ ਜੀਵਨ ਝਾਕੀਆਂ ਨੂੰ ਅੰਕਿਤ ਕੀਤਾ ਹੈ ਉਹਨਾਂ ਵਿੱਚੋਂ ਅਚਲ ਬਟਾਲੇ ਦੇ ਸ਼ਿਵਰਾਤਰੀ ਦੇ ਮੇਲੇ ਵਾਲੀ ਘਟਨਾ ਦਾ ਬੜਾ ਵਿਸਥਾਰ ਪੂਰਵਕ ਵਰਣਨ ਹੈ। ਪਹਿਲੀ ਵਾਰ ਦੀ 39ਵੀਂ ਪੌੜੀ ਤੋਂ ਇਹ ਸਾਖੀ ਇਸ ਤਰ੍ਹਾਂ ਆਰੰਭ ਹੁੰਦੀ ਹੈ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਦਰਸ਼ਨ ਦੇਖਣ ਕਾਰਨੇ ਸਗਲੀ ਉਲਟ ਪਈ ਲੋਕ ਆਈ। ਲੱਗੀ ਬਰਸਣ ਲక్ష్ਮੀ ਰਿੱਧੀ ਸਿੱਧੀ ਨੌ ਨਿਧ ਸਵਾਈ। ਜੋਗੀ ਦੇਖ ਚਲਿੱਤਰ ਨੂੰ ਮਨ ਵਿੱਚ ਰਸਕ ਕਨੇਰੀ ਖਾਈ। ਭਗਤੀਆਂ ਪਾਈ ਭਗਤ ਆਣ ਲੋਟਾ ਜੋਗੀ ਲਿਆ ਛਪਾਈ। ਭਗਤੀਆਂ ਗਈ ਭਗਤ ਪੁੱਲ ਲੋਟੇ ਅੰਦਰ ਸੁਰਤ ਭੁਲਾਈ। ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹਾਂ ਲੁਕਾਈ। ਵੇਖ ਚਲਿੱਤਰ ਜੋਗੀ ਖੁਣਸਾਈ। ਭਾਵ ਅਰਥ, ਸ਼ਿਵਰਾਤ ਦਾ ਮੇਲਾ ਸੁਣ ਕੇ ਗੁਰੂ ਨਾਨਕ ਜੀ ਅਚਲ ਬਟਾਲੇ ਆਏ। ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸਾਰੀ ਲੋਕਾਈ ਉਲਟ ਪਈ। ਭਾਵੇਂ ਮੇਲੇ ਵਿੱਚ ਬਹੁਤੀ ਦੁਨੀਆ ਗੁਰਦੇਵ ਜੀ ਦੇ ਕੋਲ ਆ ਜੁੜੀ। ਮੇਲੇ ਵਿੱਚ ਭਜਨ ਮੰਡਲੀ ਵਾਲੇ ਅਥਵਾ ਰਾਸਧਾਰੀਏ ਵੀ ਆਏ ਹੋਏ ਸਨ। ਉਹਨਾਂ ਨੇ ਆ ਕੇ ਭਜਨ ਗਾਉਣੇ ਸ਼ੁਰੂ ਕਰ ਦਿੱਤੇ। ਲੋਕਾਂ ਨੇ ਭਗਤੀਆਂ ਦੇ ਭਜਨਾਂ 'ਤੇ ਪ੍ਰਸੰਨ ਹੋ ਕੇ ਪੈਸਿਆਂ ਦੀ ਮਾਨੋ ਵਰਖਾ ਹੀ ਕਰ ਦਿੱਤੀ। ਭਗਤੀਏ ਉਹਨਾਂ ਪੈਸਿਆਂ ਨੂੰ ਲੋਟੇ ਭਾਵ ਗੜਵੇ ਵਿੱਚ ਪਾ ਰਹੇ ਸਨ। ਜੋਗੀਆਂ ਨੇ ਈਰਖਾ ਵਸ ਹੋ ਕੇ ਜੋਗ ਸਿੱਧੀ ਨਾਲ ਉਹ ਲੋਟਾ ਲੁਕਾ ਲਿਆ। ਭਗਤੀਆਂ ਦੀ ਸੁਰਤ ਹੁੰਦੀ ਹੀ ਬਹੁਤੀ ਮਾਇਆ ਵਿੱਚ ਹੈ, ਸੋ ਬੇਰਸੀ ਹੋ ਗਈ ਤਾਂ ਗੁਰਦੇਵ ਜੀ ਆਪ ਉੱਠੇ ਅਤੇ ਜੋਗੀਆਂ ਦੇ ਪਿੱਛੇ ਪਿਆ ਲੋਟਾ ਚੁੱਕ ਲਿਆਏ ਅਤੇ ਮੁੜ ਉਸੇ ਥਾਂ ਟਿਕਾ ਦਿੱਤਾ। ਇਹ ਕੌਤਕ ਵੇਖ ਕੇ ਜੋਗੀਆਂ ਨੂੰ ਹੋਰ ਰੰਜ ਹੋਇਆ। ਖਾਦੀ ਖੁਣਸ ਜੁਗੀਸ਼ਰਾਂ ਗੋਸ਼ਟ ਕਰਨ ਸਭੇ ਉਠਾਈ। ਪੁੱਛੇ ਜੋਗੀ ਭੰਗਰ ਨਾਥ ਤੁਸੀਂ ਦੁੱਧ ਵਿੱਚ ਕਿਉਂ ਕਾਂਜੀ ਪਾਈ। ਫਿੱਟਿਆ ਚਾਟਾ ਦੁੱਧ ਦਾ ਰਿੜਕਿਆਂ ਮੱਖਣ ਹੱਥ ਨ ਆਈ। ਭੇਖ ਉਤਾਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ। ਨਾਨਕ ਆਖੇ ਭੰਗਰ ਨਾਥ ਤੇਰੀ ਮਾਉ ਕੁਚੱਜੀ ਆਹੀ। ਭਾਂਡਾ ਧੋਏ ਨਾ ਜਾਤਿਉਨ ਭਾਏ ਕੁਚੱਜੇ ਫਲ ਸੜਾਈ। ਹੋਏ ਅਤੀਤ ਗ੍ਰਿਸਤ ਤਜ ਫਿਰ ਉਨਕੇ ਘਰ ਮੰਗਣ ਜਾਈ। ਬਿਨ ਦਿੱਤੇ ਕਛ ਹੱਥ ਨ ਆਈ। ਭਾਵ ਅਰਥ, ਜੋਗੀ ਈਰਖਾ ਕਰਕੇ ਚਰਚਾ ਕਰਨ ਨੂੰ ਉੱਠ ਆਏ। ਭੰਗਰਨਾਥ ਨੇ ਗੁਰਦੇਵ ਜੀ ਨੂੰ ਕਿਹਾ ਕਿ ਉਹਨਾਂ ਨੇ ਉਦਾਸੀ ਬਾਣਾ ਉਤਾਰ ਕੇ ਮੁੜ ਸੰਸਾਰੀਆਂ ਵਾਲੇ ਕੱਪੜੇ ਪਾ ਕੇ ਜੋਗ ਮੱਤ ਦੇ ਦੁੱਧ ਵਿੱਚ ਖਟਿਆਈ ਪਾ ਦਿੱਤੀ ਹੈ। ਹੁਣ ਇਸ ਫਿੱਟੇ ਦੁੱਧ ਵਿੱਚੋਂ ਮੱਖਣ ਨਹੀਂ ਨਿਕਲਣਾ, ਭਾਵ ਗ੍ਰਿਸਤ ਵਿੱਚੋਂ ਪ੍ਰਭੂ ਦਾ ਮਿਲਾਪ ਨਹੀਂ ਹੋਣਾ। ਗੁਰਦੇਵ ਜੀ ਨੇ ਫਰਮਾਇਆ ਕਿ ਤੇਰੀ ਮਾਂ ਕੁਚੱਜੀ ਹੈ, ਭਾਵ ਤੇਰੀ ਬੁੱਧੀ ਖਰਾਬ ਹੈ, ਜਿਸ ਕਾਰਨ ਹਿਰਦਾ ਰੂਪੀ ਭਾਂਡਾ ਸਾਫ਼ ਕਰਨ ਤੋਂ ਬਿਨਾਂ ਤੇਰਾ ਇਹ ਜੋਗ ਜਿਸ ਨੂੰ ਦੁੱਧ ਮੰਨਦਾ ਹੈ ਉਹ ਸੜ ਚੁੱਕਾ ਹੈ। ਉਦਾਸੀ ਹੋ ਕੇ ਉਹਨਾਂ ਹੀ ਗ੍ਰਸਤੀਆਂ ਕੋਲੋਂ ਮੰਗ ਕੇ ਖਾਂਦਾ ਹੈ ਜਿਨ੍ਹਾਂ ਨੂੰ ਮਾੜੇ ਕਹਿ ਰਿਹਾ। ਜੇ ਉਹ ਤੈਨੂੰ ਖਾਣ ਨੂੰ ਨਾ ਦੇਣ ਤਾਂ ਤੇਰੇ ਹੱਥ ਪੱਲੇ ਕੀ ਹੈ। ਬਸ ਇੰਨਾ ਸੁਣਨ ਦੀ ਢਿੱਲ ਸੀ ਕਿ ਅਗਲੀਆਂ ਪੌੜੀਆਂ ਭਾਈ ਵੀਰ ਸਿੰਘ ਜੀ ਨੇ ਆਪਣੀ ਪੁਸਤਕ ਦੇ 226 ਸਫ਼ੇ ਤੇ ਲਿਖੀ ਹੈ। ਇਹ ਸੁਣ ਬਚਨ ਜੋਗੀਸਰਾਂ ਮਾਰ ਕਿਲਕ ਬਹੁ ਰੂਏ ਉਠਾਈ। ਖਟ ਦਰਸ਼ਨ ਕੋ ਖੇਦਿਆ ਕਾਲਜੁਗ ਨਾਨਕ ਬੇਦੀ ਆਈ। ਸਿੱਧ ਬੋਲਣ ਸਭ ਅਵ ਖੇਦੀਆਂ ਤੰਤਰ ਮੰਤਰ ਕੀ ਧੁਨੋਂ ਚੜਾਈ। ਅਰੂਪ ਵਟਾਏ ਜੋਗੀਆਂ ਸਿੰਘ ਬਾਗ ਬਹੁ ਚਲਤ ਦਿਖਾਈ। ਇੱਕ ਪਰ ਕਰਕੇ ਉੱਡਰਨ ਪੰਖੀ ਜਿਵੇਂ ਰਹੇ ਲੀਲਾਈ। ਇੱਕ ਨਾ ਨਾਗ ਹੋਏ ਪੌਣ ਛੋੜਿਆ ਇੱਕ ਨਾ ਵਰਖਾ ਅਗਨ ਵਸਾਈ। ਤਾਰੇ ਤੋੜੇ ਭੰਗਰਨਾਥ ਇੱਕ ਚੜ ਮਿਰਗਾਨੀ ਜਲ ਤਰ ਜਾਈ। ਸਿੱਧਾਂ ਅਗਨ ਨਾ ਬੁਝੇ ਬੁਝਾਈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਵਾਰਾਂ ਭਾਈ ਗੁਰਦਾਸ ਜੀ ਦੀ ਸੰਪਾਦਨਾ ਕੀਤੀ ਹੈ। ਉਸ ਵਿੱਚ ਗਿਆਨੀ ਹਜ਼ਾਰਾ ਸਿੰਘ ਨੇ ਇਸ ਪੌੜੀ ਦੇ ਅਰਥ ਇਹ ਲਿਖੇ ਹਨ। ਬਾਬੇ ਦੇ ਇਹ ਬਚਨ ਸੁਣ ਕੇ ਜੋਗੀਆਂ ਨੇ
ਭਬਕ ਮਾਰ ਕੇ ਬਹੁਤ ਰੂਹਾਂ ਉਠਾਈਆਂ, ਭਾਵ ਕਈ ਰੂਪ ਭੂਤ ਪ੍ਰੇਦਕ ਧਾਰ ਲਏ ਅਤੇ ਕਹਿਣ ਲੱਗੇ, ਖੱਟ ਦਰਸ਼ਨਾਂ ਦਾ ਨਾਨਕ ਵੇਦੀ ਨੇ ਕਲਯੁਗ ਵਿੱਚ ਆ ਕੇ ਖੰਡਨ ਕੀਤਾ ਹੈ। ਸਿੱਧ ਲੋਕ ਜੰਤਰਾਂ ਮੰਤਰਾਂ ਦੀਆਂ ਧੁਨੀਆਂ ਭਾਵ ਆਵਾਜ਼ਾਂ ਲਾ ਕੇ ਸਭ ਔਖਦੀਆਂ ਦੱਸਣ, ਸ਼ੇਰ ਬਘਿਆੜ ਆਦਿ ਬਣ ਕੇ ਜੋਗੀਆਂ ਨੇ ਆਪਣਾ ਰੂਪ ਵਟਾ ਕੇ ਕਈ ਕੌਤਕ ਦੱਸੇ। ਕਈ ਜੋਗੀ ਤਾਂ ਖੰਭ ਲਾ ਕੇ ਉੱਡਣ ਲੱਗ ਪਏ, ਜਿਵੇਂ ਪੰਛੀ ਆਕਾਸ਼ ਵਿੱਚ ਤਾਰੀਆਂ ਲਾਉਂਦੇ ਹਨ। ਕਈ ਇੱਕ ਸੱਪ ਹੋ ਕੇ ਫੁੰਕਾਰੇ ਮਾਰਨ ਲੱਗੇ। ਇੱਕਨਾਂ ਨੇ ਅੱਗ ਦੀ ਵਰਖਾ ਕੀਤੀ, ਭੰਗਰਨਾਥ ਤਾਰੇ ਤੋੜਨ ਲੱਗਾ। ਇੱਕ ਮਿਰਗਾਣੀਆਂ 'ਤੇ ਚੜ੍ਹ ਕੇ ਪਾਣੀ ਉੱਪਰ ਤਰਨ ਲੱਗ ਪਏ। ਸਿੱਧਾਂ ਦੀ ਅੱਗ ਬੁਝਾਈ ਹੋਈ ਬੁਝਦੀ ਨਹੀਂ ਸੀ, ਕਿਉਂਕਿ ਸਿੱਧ ਲੋਕ ਕਰਾਮਾਤ ਨੂੰ ਵੱਡੀ ਗੱਲ ਸਮਝਦੇ ਸਨ। ਪਰ ਜਦ ਉਹ ਆਪਣਾ ਸਾਰਾ ਜ਼ੋਰ ਲਾ ਕੇ ਥੱਕ ਰਹੇ ਤਾਂ ਗੁਰਦੇਵ ਜੀ ਨੂੰ ਅਭਿੱਜ ਅਤੇ ਅਹਿੱਲ ਵੇਖ ਕੇ ਹੋਰ ਵੀ ਦੁਖੀ ਹੋਏ। ਫਿਰ ਉਹਨਾਂ ਨੇ ਗੁਰਦੇਵ ਜੀ ਨੂੰ ਕਿਹਾ ਕਿ ਉਹ ਵੀ ਕੋਈ ਕਰਾਮਾਤ ਦਿਖਾਉਣ। ਸਿੱਧ ਬੋਲਣ, ਸੁਣ ਨਾਨਕਾ, ਤੁਹੀਂ ਜਗ ਨੂੰ ਕਿਆ ਕਰਾਮਾਤ ਦਿਖਾਈ, ਕੁਝ ਵਿਖਾਲੇ ਅਸਾਂ ਨੂੰ, ਤੁਹੀਂ ਕਿਉਂ ਢਿੱਲ ਅਵੇਹੀ ਲਾਈ। ਭਾਵ-ਅਰਥ, ਹੁਣ ਸਿੱਧ ਕਹਿਣ ਲੱਗੇ, ਹੈ ਨਾਨਕ ਸੁਣ, ਤੂੰ ਜਗਤ ਨੂੰ ਕੀ ਕਰਾਮਾਤ ਦੱਸੀ ਹੈ, ਕੋਈ ਤਾਂ ਸਾਨੂੰ ਵੀ ਦੱਸ। ਤੂੰ ਏਡੀ ਢਿੱਲ ਕਿਉਂ ਲਾਈ ਹੈ, ਸਾਡੇ ਵਾਂਗ ਤੂੰ ਵੀ ਕਿਉਂ ਨਹੀਂ ਕਰਾਮਾਤਾਂ ਵਿਖਾਉਣ ਲੱਗ ਪਿਆ, ਤੂੰ ਕਿਉਂ ਅਡੋਲ ਚਿੱਤ ਟਿਕਿਆ ਹੋਇਆ। ਪਰ ਕਰਾਮਾਤ ਬਾਰੇ ਗੁਰੂ ਬਾਬਾ ਜੀ ਦਾ ਵਿਚਾਰ। ਬਾਬਾ ਬੋਲੇ, ਨਾਥ ਜੀ ਅਸਾਂ ਤੇ ਵੇਖਣ ਜੋਗੀ ਵਸਤ ਨਾ ਕਾਈ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਸ਼ਿਵ ਰੂਪੀ ਕਰਤਾ ਪੁਰਖ ਚੱਲੇ ਨਾਹੀ ਧਰਤ ਚਲਾਈ, ਸਿੱਧ ਤੰਤਰ ਮੰਤਰ ਕਰ ਝੜ ਭਏ, ਸ਼ਬਦ ਗੁਰੂ ਕੇ ਕਲਾ ਛਪਾਈ। ਦੱਦੇ ਦਾਤਾ ਗੁਰੂ ਹੈ, ਕੱਕੈ ਕੀਮਤ ਕਿਨੇ ਨਾ ਪਾਈ, ਸੋ ਦੀਨ ਨਾਨਕ ਸਤਿਗੁਰ ਸ਼ਰਨਾਈ। ਭਾਵ ਅਰਥ, ਬਾਬਾ ਜੀ ਬੋਲੇ, ਹੈ ਨਾਥ ਜੀ ਸਾਡੇ ਵਿੱਚ ਵੇਖਣ ਜੋਗੀ ਕੋਈ ਵਸਤ ਨਹੀਂ ਹਨ। ਗੁਰ ਸੰਗਤ ਬਾਣੀ ਅਰ ਵਾਹਿਗੁਰੂ ਬਿਨਾ ਦੂਸਰੀ ਓਟ ਹੋਰ ਰਾਈ ਜਿੰਨੀ ਵੀ ਨਹੀਂ ਹੈ। ਕਲਿਆਣ ਰੂਪ ਕਰਤਾ ਪੁਰਖ ਹੈ। ਗੁਰੂ ਨਾਨਕ ਜੀ ਚਲਾਏ ਮਾਨ ਨਾ ਹੋਏ, ਜਿਵੇਂ ਧਰਤੀ ਹਿਲਾਈ ਹੋਈ ਨਹੀਂ ਹਿਲਦੀ। ਸਿੱਧ ਤੰਤਰ ਮੰਤਰ ਕਰਕੇ ਹਾਰ ਗਏ। ਗੁਰੂ ਦੇ ਸ਼ਬਦ ਨੇ ਉਹਨਾਂ ਨੂੰ ਕਲਾ ਛਪਾ ਦਿੱਤੀ। ਦੱਦੇ ਅੱਖਰ ਦਾ ਅਰਥ ਦਾਤਾ ਰੂਪ ਆਪ ਹੀ ਗੁਰੂ ਹੈ। ਕੱਕੇ ਦਾ ਅਰਥ ਕੀਮਤ ਉਸ ਦੀ ਕਿਸੇ ਨਹੀਂ ਪਾਈ। ਫਿਰ ਉਹ ਦੀਨ ਹੋ ਕੇ ਸਤਿਗੁਰੂ ਨਾਨਕ ਜੀ ਦੀ ਸ਼ਰਨੀ ਪੈ ਗਏ। ਗਿਆਨੀ ਹਜ਼ਾਰਾ ਸਿੰਘ ਜੀ ਨੇ ਦੂਜਾ ਅਰਥ ਇੰਜ ਵੀ ਦੱਸਿਆ ਹੈ, ਦੱਦਾ ਕੱਕਾ ਭਾਵ ਦੇਖ ਹੋ ਕੇ ਸ਼ਰਨੀ ਪਏ। ਬਾਬਾ ਬੋਲੇ, ਨਾਥ ਜੀ ਸ਼ਬਦ ਸੁਨੋ ਸੱਚ ਮੁਖੋਂ ਆਲਾਈ, ਬਾਝੋਂ ਸੱਚੇ ਨਾਮ ਦੇ, ਹੋਰ ਕਰਾਮਾਤ ਅਸਾਂ ਤੇ ਨਾਹੀ। ਬਸਤਰ ਪਹਿਰੇ ਅਗਨ ਕੈ, ਬਰਫ ਹਿਮਾਲੇ ਮੰਦਰ ਛਾਈ, ਕਰੇ ਰਸੋਈ ਸਾਰ ਦੀ ਸਗਲੀ ਧਰਤੀ ਨੱਥ ਚਲਾਈ। ਏਵੜ ਕਰੀ ਵਥਾਰ ਕੋ, ਸਗਲੀ ਧਰਤੀ ਹੱਕੀ ਜਾਈ, ਤੋਲੀ ਧਰਤ ਆਕਾਸ਼ ਦੋਏ, ਪਿੱਛੇ ਛਾਬੇ ਟੰਕ ਚੜਾਈ। ਇਹ ਬਲ ਰੱਖਾ ਆਪ ਵਿੱਚ, ਜਿਸ ਆਖਾਂ ਤਿਸ ਪਾਸ ਕਰਾਈ, ਸਤਨਾਮ ਬਿਨ ਬਾਦਰਸ਼ਾਹੀ। ਭਾਵ ਅਰਥ, ਆਪ ਗੁਰੂ ਬਾਬਾ ਜੀ ਬੋਲੇ, ਹੈ ਨਾਥ ਜੀ ਮੈਂ ਮੂੰਹੋਂ ਸੱਚ ਬਚਨ ਕਹਿੰਦਾ ਹਾਂ, ਆਪ ਸ਼ਬਦ ਸੁਣੋ। ਇੱਕ ਭਗਵੰਤ ਦੇ ਸੱਚੇ ਨਾਮ ਦੀ ਕਰਾਮਾਤ ਤੋਂ ਬਿਨਾਂ ਹੋਰ ਨਾਸ਼ਵੰਤ ਬਹੁੜ ਵਿੱਤੀਆਂ ਕਰਾਮਾਤਾਂ ਸਾਡੇ ਪਾਸ ਨਹੀਂ ਹਨ। ਕੱਪੜੇ ਅੱਗ ਦੇ ਪਹਿਨਾ, ਹਿਮਾਲੇ ਦੀ ਬਰਫ਼ ਦਾ ਘਰ ਬਣਾ ਲਵਾਂ, ਰਸੋਈ ਸਾਰ ਲੋਹੇ ਦੀ ਕਰਾਂ ਤੇ ਸਾਰੀ ਧਰਤੀ ਨੂੰ ਨੱਥ ਕੇ ਚਲਾਵਾਂ। ਇੰਨਾ ਵਿਸਥਾਰ ਕਰਾਂ ਕਿ ਸਾਰੀ ਧਰਤੀ ਹਿੱਕੀ ਹੋਈ ਤੁਰੀ ਚੱਲੇ। ਤੱਕੜੀ ਵਿੱਚ ਧਰਤ ਆਕਾਸ਼ ਦੋਵੇਂ ਧਰ ਕੇ, ਪਿਛਲੇ ਛਾਬੇ ਵਿੱਚ 4 ਟੰਕ 4 ਮਾਸੇ ਭਾਰ ਪਾ ਕੇ ਤੋਲ ਲਵਾਂ। ਇੰਨਾ ਬਲ ਆਪਣੇ ਵਿੱਚ ਰੱਖਾਂ, ਜਿਸ ਨੂੰ ਆਖਾਂ ਉਸ ਕੋਲੋਂ ਵੀ ਜੋ ਚਾਹਾਂ ਕਰਵਾ ਲਵਾਂ। ਫਿਰ ਵੀ ਨਾਮ ਤੋਂ ਬਿਨਾਂ ਇਹ ਸਭ ਕੁਝ ਬੱਦਲ ਦੀ ਛਾਂ ਹੈ। ਜੇ ਗੁਰੂ ਜੀ ਨੇ ਆਪ ਜਾਂ ਆਪਣੇ ਸਿੱਖ ਅਜਿੱਤੇ ਰੰਧਾਵੇ ਰਾਹੀਂ ਕੋਈ ਕਰਾਮਾਤ ਵਿਖਾਈ ਹੁੰਦੀ ਤਾਂ ਭਾਈ ਸਾਹਿਬ ਉਸ ਦਾ ਹਾਲ ਵੀ ਬੜੇ ਵਿਸਥਾਰ ਨਾਲ ਜ਼ਰੂਰ ਲਿਖਦੇ। ਸਗੋਂ ਭਾਈ ਸਾਹਿਬ ਨੇ ਤਾਂ ਗੁਰਦੇਵ ਜੀ ਦਾ ਸਿਧਾਂਤ ਸਪਸ਼ਟ ਕਰਕੇ ਲਿਖ ਦਿੱਤਾ, ਬਾਝੋਂ ਸੱਚੇ ਨਾਮ ਦੇ, ਹੋਰ ਕਰਾਮਾਤ ਅਸਾਂ ਤੇ ਨਾ।
ਭਾਈ ਸਾਹਿਬ ਜੀ ਦਾ ਸਪਸ਼ਟ ਫਰਮਾਨ ਹੈ ਕਿ ਪ੍ਰਭੂ ਦੇ ਨਾਮ ਦੀ ਬਰਕਤ ਨਾਲ ਮਨੁੱਖ ਦੀ ਜੀਵਨ ਜੁਗਤ ਉੱਚੀ ਕਰ ਦੇਣ ਦੀ ਕਰਾਮਾਤ ਹੀ ਸਤਿਗੁਰਾਂ ਦੀ ਸਭ ਤੋਂ ਸ੍ਰੇਸ਼ਟ ਕਰਾਮਾਤ, ਅਤੇ ਹੋਰ ਕਿਸੇ ਨਾਟਕੀ ਕਰਾਮਾਤ ਨੂੰ ਗੁਰਮਤ ਵਿੱਚ ਕੋਈ ਥਾਂ ਨਹੀਂ ਹੈ। ਇੱਕ ਗੰਭੀਰ ਸ਼ੰਕਾ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਗੁਰਮਤ ਵਿਰੋਧੀ ਗੱਲਾਂ ਲਿਖਣ ਵਾਲੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਮਜਬੂਰੀ ਬਾਰੇ ਪੰਜਾਬ ਭਾਸ਼ਾ ਵਿਭਾਗ ਵਾਲਿਆਂ ਵੱਲੋਂ ਪ੍ਰਕਾਸ਼ਿਤ ਕੀਤੀ ਪੁਸਤਕ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਜਿਲਦ ਪਹਿਲੀ ਵਿੱਚ ਸਪਸ਼ਟ ਕਰ ਦਿੱਤਾ ਹੋਇਆ ਹੈ ਕਿ ਮਹਾਰਾਜਾ ਕੈਥਲ ਦੇ ਹੁਕਮ ਨਾਲ ਭਾਈ ਸੰਤੋਖ ਸਿੰਘ ਦੇ ਨਾਲ 5 ਬ੍ਰਾਹਮਣ ਵਿਦਵਾਨ ਵੀ ਗ੍ਰੰਥ ਲਿਖਣ ਵਿੱਚ ਪੂਰੀ ਤਰ੍ਹਾਂ ਦਖਲ ਦਿੰਦੇ ਰਹੇ ਸਨ, ਅਤੇ ਇਹ ਕੂਟ ਬ੍ਰਾਹਮਣ ਆਪਣੀ ਬਰਾਦਰੀ ਦੇ ਉਸ ਫੈਸਲੇ ਦੇ ਪਾਬੰਦ ਸਨ ਜੋ ਗੁਰਮਤ ਸਿਧਾਂਤ ਨੂੰ ਵਿਗਾੜਨ ਦਾ ਯਤਨ ਸਦਾ ਕਰੀ ਰੱਖਣ ਬਾਰੇ ਬ੍ਰਾਹਮਣ ਬਰਾਦਰੀ ਨੇ 17ਵੀਂ ਸਦੀ ਤੋਂ ਸਰਬਸੰਮਤੀ ਨਾਲ ਕੀਤਾ ਹੋਇਆ ਸੀ। ਬ੍ਰਾਹਮਣੀ ਕਲਪਨਾ ਦੀ ਉਪਜ ਪੁਰਾਣਕ ਕਹਾਣੀਆਂ ਦੀ ਸ਼ੈਲੀ ਦੇ ਆਧਾਰ 'ਤੇ ਲਿਖੀਆਂ ਗੁਰਮਤ ਵਿਰੋਧੀ ਕਈ ਕਥਾ ਕਹਾਣੀਆਂ ਉਸ ਮਹਾਨ ਗ੍ਰੰਥ ਵਿੱਚ ਸ਼ਾਮਲ ਹੁੰਦੀਆਂ ਰਹੀਆਂ, ਜਿਹੜਾ ਗ੍ਰੰਥ ਕੇਵਲ ਭਾਈ ਸੰਤੋਖ ਸਿੰਘ ਦੇ ਨਾਮ ਨਾਲ ਹੀ ਜੁੜਿਆ ਹੋਇਆ। ਗੁਰਮਤ ਦੇ ਗਿਆਤਾ ਉੱਚ ਕੋਟੀ ਦੇ ਵਿਦਵਾਨ ਗੁਰਮੁਖ ਪਿਆਰੇ ਭਾਈ ਸੰਤੋਖ ਸਿੰਘ ਜੀ ਦੀ ਮੋਹਰ ਲੱਗੀ ਹੋਣ ਦੇ ਕਾਰਨ ਬ੍ਰਾਹਮਣਾਂ ਦਾ ਰਲਾਇਆ ਸਾਰਾ ਮਿਥਿਹਾਸ ਆਰੰਭ ਤੋਂ ਹੀ ਗੁਰਮਤ ਦਾ ਹਿੱਸਾ ਮੰਨਿਆ ਜਾਣ ਲੱਗ ਪਿਆ ਸੀ। ਨੰਬਰ 1। ਇੱਧਰ ਭਾਈ ਵੀਰ ਸਿੰਘ ਜੀ ਲਈ ਤਾਂ ਸੱਚ ਲਿਖਣ ਵਿੱਚ ਕੋਈ ਪਾਬੰਦੀ ਜਾਂ ਰੁਕਾਵਟ ਹੈ ਹੀ ਨਹੀਂ ਸੀ। ਉਹਨਾਂ ਦੀ ਲਿਖਤ ਵਿੱਚ ਕਿਸੇ ਪ੍ਰਕਾਰ ਦੀ ਗੁਰਮਤ ਨੂੰ ਨਿਖਾਰਨ ਸੰਬੰਧੀ ਢਿੱਲ ਨਜ਼ਰੀ ਆਵੇ ਤਾਂ ਉਹਨਾਂ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੇ ਗੁਰਸਿੱਖ ਦੀ ਸੁਹਿਰਦਤਾ ਤੇ ਕਰਾਰੀ ਚੋਟ ਲੱਗਣੋਂ ਨਹੀਂ ਰਹਿ ਸਕਦੀ। ਹੈਰਾਨੀ ਹੈ ਕਿ ਅਚਲ ਬਟਾਲੇ ਦੇ ਸਿੱਧਾਂ ਨਾਲ ਵਾਪਰੇ ਕੌਤਕ ਲਿਖਣ ਸਮੇਂ ਉਹਨਾਂ ਨੇ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀਆਂ 39 ਅਤੇ 40 ਪੌੜੀਆਂ ਵਿੱਚੋਂ ਇੱਕ ਤੁਕ ਨੰਬਰ 1 ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹਾਂ ਲੁਕਾਈ, ਨੰਬਰ 2 ਖਾਦੀ ਖੁਣਸ ਜੋਗੀਸ਼ਰਾਂ ਗੋਸ਼ਟ ਕਰਨ ਸਭੇ ਉਠਾਈ, ਅਤੇ ਫਿਰ 41 ਅਤੇ 42 ਪੌੜੀਆਂ ਵੀ ਲਗਭਗ ਪੂਰੀਆਂ ਲਿਖੀਆਂ। ਪਰ ਹੈਰਾਨੀ ਹੈ ਕਿ ਗੁਰਮਤ ਸਿਧਾਂਤ ਨੂੰ ਸਪਸ਼ਟ ਕਰਨ ਵਾਲੀ 43ਵੀਂ ਪੌੜੀ ਦੀ ਦੂਜੀ ਤੁਕ ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਹੀਂ ਭਾਈ ਵੀਰ ਸਿੰਘ ਜੀ ਨੇ ਕਿਸ ਮਜਬੂਰੀ ਕਾਰਨ ਪਾਠਕਾਂ ਨਾਲ ਸਾਂਝੀ ਨਾ ਕੀਤੀ। ਨੰਬਰ 2 ਅਜਿੱਤੇ ਰੰਧਾਵੇ ਨੂੰ ਪਿਛਲੀ ਰਾਤ ਦੇ ਮਰੇ ਹੋਏ ਪੰਛੀਆਂ ਨੂੰ ਸੁਰਜੀਤ ਕਰਦੇ ਦਰਸਾ ਕੇ ਅੱਗੇ ਨਾਲ ਹੀ 228 ਸਫ਼ੇ ਤੇ ਭਾਈ ਵੀਰ ਸਿੰਘ ਜੀ ਨੇ ਇੱਕ ਹੋਰ ਬੜੀ ਅਦਭੁਤ ਕਹਾਣੀ ਲਿਖੀ ਹੋਈ ਹੈ ਕਿ ਜਿੱਥੇ ਸਿੱਧਾਂ ਨਾਲ ਚਰਚਾ ਹੋ ਰਹੀ ਸੀ ਉਸ ਇਕੱਠ ਵਿੱਚ ਇੱਕ ਮਾਤਾ ਪਿਤਾ ਆਪਣੇ 12 ਸਾਲਾਂ ਦੇ ਬੇਟੇ ਨੂੰ ਸਤਿਗੁਰਾਂ ਦੇ ਅਰਪਣ ਕਰਨ ਲੈ ਆਏ। ਭਾਈ ਸਾਹਿਬ ਲਿਖਦੇ ਹਨ ਕਿ ਇਸੇ ਤਰ੍ਹਾਂ ਜਦ ਕਦੇ ਗ੍ਰਸਤੀ ਆਪਣੀ ਸੰਤਾਨ ਨੂੰ ਸਿੱਧਾਂ ਦੀ ਭੇਟਾ ਕਰਨ ਆਉਂਦੇ ਸਨ ਤਾਂ ਸਿੱਧ ਉਹਨਾਂ ਨੂੰ ਬੜੀਆਂ ਅਸੀਸਾਂ ਅਤੇ ਵਰਦਿਆ ਕਰਦੇ ਸਨ, ਪਰ ਸਤਿਗੁਰਾਂ ਨੇ ਹੁਕਮ ਦੇ ਕੇ ਉੱਥੇ ਅੱਗ ਬਰਾ ਲਈ ਅਤੇ ਲੜਕੇ ਨੂੰ ਉਸ ਅੱਗ ਵਿੱਚ ਜਾ ਵੜਨ ਲਈ ਕਹਿ ਦਿੱਤਾ। ਸਿੱਧਾਂ ਨੇ ਚਰਚਾ ਕਰਨੀ ਆਰੰਭ ਕਰ ਦਿੱਤੀ ਕਿ ਏਡੀ ਕੀਮਤੀ ਭੇਟਾ ਸਤਿਗੁਰ ਅਜਾਈਂ ਅੱਗ ਵਿੱਚ ਸਾੜ ਰਹੇ ਹਨ। ਮੁੰਡਾ ਜ਼ਰਾ ਨਾ ਡੋਲਿਆ ਅਤੇ ਹੁਕਮ ਮੰਨ ਕੇ ਅੱਗ ਵਿੱਚ ਪ੍ਰਵੇਸ਼ ਕਰ ਗਿਆ। ਭਾਈ ਜੀ ਲਿਖਦੇ ਹਨ ਕਿ ਗੁਰੂ ਦੇ ਹੁਕਮ ਅਨੁਸਾਰ ਬੱਚਾ ਸਾਰੇ ਲੋਕਾਂ ਨੇ ਅੱਗ ਵਿੱਚ ਵੜਦਾ ਡਿੱਠਾ ਤਾਂ ਕਲੇਜਿਆਂ ਤੇ ਹੱਥ ਧਰ ਦੀਦੇ ਪਾੜ ਮੂੰਹ ਖੁੱਲੇ ਸਾਹ ਰੁਕੇ ਤੱਕ ਰਹੇ ਸਨ ਤਾਂ ਬੱਚਾ ਅੱਗ ਵਿੱਚ ਨਾ ਸੜਦਾ ਨਾ ਤਰਬਕਦਾ ਨਜ਼ਰੀ ਪਿਆ। ਇਉਂ ਬੱਚੇ ਨੂੰ ਅਡੋਲ ਵੇਖ ਕੇ ਸਾਰੇ ਦੰਗ ਰਹਿ ਗਏ। ਤਦ ਸ੍ਰੀ ਗੁਰੂ ਜੀ ਬਚਨ ਬੋਲੇ, ਜਨਮ ਮਰਨ ਰਹਿਤ ਭਾਰ ਟੂਟ ਗਏ ਜਮ ਜਾਲ, ਨਿਕਸੋ ਆਵੋ ਵਹਿਰ ਕੇ ਅਬ ਤੇ ਸਦਾ ਨਿਹਾਲ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ। ਕਥਨ ਇਸ ਤੋਂ ਅੱਗੇ ਲਿਖਿਆ ਹੈ ਕਿ ਗੁਰੂ ਜੀ ਦਾ ਵਰ ਸੁਣ ਕੇ ਬੱਚਾ ਜਿਵੇਂ ਅਡੋਲ ਗਿਆ ਸੀ ਤਿਵੇਂ ਅੱਗ ਵਿੱਚੋਂ ਬਾਹਰ ਆ ਗਿਆ। ਗੁਰੂ ਅਮਰਦਾਸ ਜੀ ਤੋਂ ਆਰੰਭ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਗੁਰੂ ਘਰ ਦੀ ਸੇਵਾ ਵਿੱਚ ਰਹਿਣ ਵਾਲੇ ਭਾਈ ਗੁਰਦਾਸ ਜੀ ਦੇ ਚਿੱਤ ਖਿਆਲ ਵਿੱਚ ਇਹ ਅਦਭੁਤ ਘਟਨਾ ਨਾ ਆਈ। ਪਰ 19ਵੀਂ ਸਦੀ ਵਿੱਚ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਲਿਖਾਰੀ ਨੂੰ ਸੈਂਕੜੇ ਸਾਲ ਪਹਿਲਾਂ ਹੋਈ ਸਾਰੀ ਗੱਲਬਾਤ ਦਾ ਪਤਾ ਲੱਗ ਗਿਆ।
ਗੁਰਮਤਿ ਦੇ ਆਸ਼ੇ ਦੇ ਵਿਰੁੱਧ ਅਜਿਹੀ ਸਾਖੀ ਭਾਈ ਸਾਹਿਬ ਜੀ ਨੇ ਕਿਸ ਕਾਰਨ ਲਿਖੀ? ਇਹ ਗੱਲ ਵੀ ਪੂਰੇ ਵਿਸ਼ਵਾਸ ਨਾਲ ਕਹੀ ਜਾ ਸਕਦੀ ਹੈ ਕਿ ਭਾਈ ਵੀਰ ਸਿੰਘ ਨਿਰਸੰਦੇਹ ਗੁਰਮਤਿ ਸਿਧਾਂਤ ਦੇ ਪੂਰੇ ਗਿਆਤਾ ਸਨ। ਕਰਾਮਾਤਾਂ ਦੇ ਗੁਰਮਤਿ ਸਿਧਾਂਤ ਬਾਰੇ ਪੂਰੀ ਜਾਣਕਾਰੀ ਦਾ ਭਰੋਸਾ ਹੋਰ ਵੀ ਪੱਕਾ ਹੋ ਜਾਂਦਾ ਹੈ ਜਦ ਉਸੇ ਪੁਸਤਕ ਦੇ 226 ਸਫ਼ੇ ਤੇ ਭਾਈ ਸਾਹਿਬ ਜੀ ਦੇ ਹੀ ਲਿਖੇ ਫੁੱਟਨੋਟ ਵਿੱਚ ਇਹ ਕੁਝ ਪੜ੍ਹ ਲਈਏ। ਇੱਕ ਕਿਤਾਬ ਨਾਈਟ ਸਾਈਡ ਆਫ ਨੇਚਰ ਜੋ ਕੈਥਰੀਨ ਕੋਰਵੇ ਦੀ ਲਿਖੀ ਹੋਈ ਹੈ ਦੇ ਸਫ਼ਾ 269 ਪਰ ਇਸ ਵਾਕਿਆ ਭਾਵ ਅਚਲ ਬਟਾਲੇ ਦੇ ਸਾਕੇ ਬਾਬਤ ਇਸ ਤਰ੍ਹਾਂ ਲਿਖਿਆ ਹੈ। At one period of his Guru Nanak's career when he visited Batala, the yogi Swaras, who were recluses, that by means of corporeal mortifications were supposed to have acquired a command over the power of nature against him, that they strove to terrify him by enhancement, assuming the shapes of tiger and serpents, but could not succeed, for Guru Nanak appears to have been a real philosopher who taught a pure theism and inculcated universal peace and tolerance। ਇਹ ਵੀ ਕਿਵੇਂ ਮੰਨ ਲਿਆ ਜਾਵੇ ਕਿ ਭਾਈ ਸਾਹਿਬ ਗੁਰੂ ਬਾਣੀ ਦੇ ਇਸ ਸਿਧਾਂਤ ਤੋਂ ਅਣਜਾਣ ਸਨ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦੂਜਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 6ਵੇਂ ਕਾਂਡ ਦਾ 9ਵਾਂ ਅਤੇ 10ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੂਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।